मोदी सरकार मतलब इंदिरा गांधी ने अटैक किया होया सी। ਇਹ ਹਫਤਾ ਸਾਰਾ ਘੁੱਲੂ ਘਰ ਦਾ ਹਫਤਾ ਇਹਨਾਂ ਨੇ ਜਾਣਬੁੱਝ ਕੇ ਇਹਨੂੰ ਚੁਣਿਆ ਸਾਡੇ ਜ਼ਖਮਾਂ ਦੇ ਉੱਤੇ ਲੂਣ ਪਾਉਣ ਲਈ। 5 ਜੂਨ ਚੁਣੀ ਆ ਇਹਨਾਂ ਨੇ ਵੀ 5 ਜੂਨ ਨੂੰ ਇਹਨਾਂ ਨੇ ਕਾਲੇ ਕਾਨੂੰਨ ਸਾਡੇ ਤੇ ਪਾਸ ਕੀਤੇ ਨੇ। 5 ਜੂਨ ਨੂੰ ਇਹ ਸਾਡੇ ਹਰਮੰਦਰ ਸਾਹਿਬ ਤੇ ਇਹ ਅਟੈਕ ਕਰਦੇ ਨੇ। 5 ਜੂਨ ਨੂੰ ਇਹ ਸਾਡੇ ਮਤਲਬ ਸਿੱਖ ਕੌਮ ਦਾ ਘਾਣ ਕਰਦੇ ਨੇ। 5 ਜੂਨ ਨੂੰ ਇਹ ਮਤਲਬ ਸਿੱਖਾਂ ਨੂੰ ਲਾ ਲਓ, ਖੇਤੀ ਨੂੰ ਲਾ ਲਓ, ਸਾਰਾ ਕੁਝ ਖਤਮ ਕਰ ਰਹੇ ਨੇ। ਜਾਣ ਬੁੱਝ ਕੇ ਇਹਨਾਂ ਨੇ ਇੱਕ ਸਾਜ਼ਿਸ਼ ਦੇ ਤਹਿਤ RSS ਮੰਨ ਕੇ BJP ਨੇ 5 ਜੂਨ ਨੂੰ ਹੀ ਇਹ ਕਾਨੂੰਨ ਪਾਸ ਕੀਤੇ ਨੇ। ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਟਾਈਮ TV ਤੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਹੋ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ। ਦੋਸਤੋ, ਅਸੀਂ ਸਾਰੇ ਜਣੇ ਜਾਣਦੇ ਹਾਂ ਕਿ ਇਸ ਵਕਤ ਐਟ ਦਾ ਪ੍ਰੈਜ਼ੈਂਟ ਟਾਈਮ 5 ਜੂਨ ਵਾਲੇ ਦਿਨ ਕਿਸਾਨਾਂ ਦੇ ਵੱਲੋਂ ਇੱਕ ਹਾਕ ਮਾਰੀ ਗਈ ਸੀ, ਇੱਕ ਹੋਕਾ ਮਾਰਿਆ ਗਿਆ ਸੀ ਕਿ ਆਪਣੇ ਹੱਕਾਂ ਦੇ ਵਾਸਤੇ ਉੱਠੋ ਅਤੇ ਆਵਾਜ਼ ਨੂੰ ਬੁਲੰਦ ਕਰੋ, ਜਿਸ ਦੇ ਚੱਲਦਿਆਂ ਇਸ ਵਕਤ ਪੂਰੇ ਦੇ ਪੂਰੇ ਪੰਜਾਬ ਦੇ ਹਰੇਕ ਜ਼ਿਲ੍ਹੇ, ਸ਼ਹਿਰ ਤੇ ਪਿੰਡ ਦੇ ਲੋਕਾਂ ਨੇ ਇਸ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਹਿੰਮਤ ਕੀਤੀ ਹੋਈ ਹੈ, ਜਿਸ ਦੀਆਂ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਇਸ ਵਕਤ ਸਾਂਝੀਆਂ ਕਰਨ ਜਾ ਰਹੀਆਂ। ਪਿਛਲੇ ਲੰਮੇ ਸਮੇਂ ਤੋਂ ਦੇਸ਼ ਦਾ ਅੰਨਦਾਤਾ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਹੱਕੀ ਮੰਗਾਂ ਅਤੇ ਕੇਂਦਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਧਰਨੇ ਦੇ ਰਿਹਾ ਹੈ। ਇਸ ਦੇ ਬਾਵਜੂਦ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਆਪਣਾ ਅੜੀਅਲ ਰਵੱਈਆ ਜਿਉਂ ਦਾ ਤਿਉਂ ਹੀ ਰੱਖਿਆ ਹੋਇਆ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਅੱਜ ਸਥਾਨਕ ਬੌੜਾ ਗੇਟ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਸੰਪੂਰਨ ਕ੍ਰਾਂਤੀ ਦਿਵਸ ਮਨਾਉਂਦਿਆਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਹੋਂਦ 'ਚ ਲਿਆਂਦੇ 3 ਖੇਤੀ ਕਾਨੂੰਨਾਂ ਦੀਆਂ ਕਾਪੀਆਂ ਅੱਗ ਦੇ ਹਵਾਲੇ ਕਰਨ ਉਪਰੰਤ ਖੇਤੀਬਾੜੀ ਅਤੇ ਕਿਸਾਨ ਵਿਕਾਸ ਫਰੰਟ ਪੰਜਾਬ ਦੇ ਕਿਸਾਨ ਆਗੂ ਜਗਪਾਲ ਸਿੰਘ ਊਧਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ। ਇਸ ਮੌਕੇ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਵਪਾਰੀਆਂ ਨੇ ਵੀ ਸ਼ਮੂਲੀਅਤ ਕੀਤੀ। ਕਿਤੇ ਨਾ ਕਿਤੇ ਇਹ ਜਿਹੜਾ ਇਸ ਵਕਤ ਦਾ 3 ਖੇਤੀ ਕਾਨੂੰਨ ਹੈਗੇ ਨੇ, ਇਹ ਸਾਰੇ ਦੇ ਸਾਰੇ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਨੇ। ਇਸ ਕਰਕੇ ਸਿਰਫ ਤੇ ਸਿਰਫ ਇੱਕ ਲੋਕਾਂ ਤੱਕ ਮਹਿਦੂਦ ਰਹਿ ਜਾਵੇ, ਇਹ ਵੀ ਦਰੁਸਤ ਨਹੀਂ ਹੈ। ਇਸ ਕਰਕੇ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਕਿਸਾਨੀ ਸੰਘਰਸ਼ ਦੌਰਾਨ ਆਪਣੀ ਸ਼ਹਾਦਤ ਦੇ ਚੁੱਕੇ ਕਿਸਾਨਾਂ ਦੀ ਸ਼ਹਾਦਤ ਅਜਾਈ ਨਹੀਂ ਜਾਵੇਗੀ ਅਤੇ ਕਿਸਾਨ ਆਪਣੇ ਹੱਕ ਲੈ ਕੇ ਹੀ ਘਰਾਂ ਨੂੰ ਪਰਤਣਗੇ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਕੇਂਦਰ ਦਾ ਅੜੀਅਲ ਰਵੱਈਆ ਕੇਂਦਰ ਨੂੰ ਹੀ ਲੈ ਕੇ ਡੁੱਬੇਗਾ, ਕਿਉਂ ਜੋ ਪੱਛਮੀ ਬੰਗਾਲ 'ਚ ਚੋਣ ਨਤੀਜਿਆਂ ਤੋਂ ਕੇਂਦਰ ਦੀ ਮੋਦੀ ਸਰਕਾਰ ਨੂੰ ਸਮਝ ਜਾਣਾ ਚਾਹੀਦਾ ਹੈ ਅਤੇ ਪਾਸ ਕੀਤੇ 3 ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕਰ ਦੇਣਾ ਚਾਹੀਦਾ ਹੈ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਜੇਕਰ ਕੇਂਦਰ ਦੀ ਮੋਦੀ ਸਰਕਾਰ ਨੇ ਆਪਣਾ ਅੜੀਅਲ ਰਵੱਈਆ ਨਾ ਛੱਡਿਆ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਲੋਕ ਭਾਜਪਾਈਆਂ ਨੂੰ ਪਿੰਡਾਂ 'ਚ ਵੜਨ ਨਹੀਂ ਦੇਣਗੇ ਅਤੇ ਦੇਸ਼ ਦੇ ਜਿੰਨੇ ਸੂਬਿਆਂ ਦੇ ਵਿੱਚ ਚੋਣਾਂ ਹੋਣਗੀਆਂ ਉੱਥੇ ਭਾਜਪਾ ਦਾ ਪੱਛਮੀ ਬੰਗਾਲ ਵਾਲਾ ਹੀ ਹਾਲ ਹੋਵੇਗਾ। ਹੁਣ ਮੁਜ਼ਾਹਰੇ 'ਚ ਵਿਸ਼ੇਸ਼ ਤੌਰ ਤੇ ਪਹੁੰਚੀ ਨੌਜਵਾਨ ਆਗੂ ਕਮਲਜੋਤ ਕੌਰ ਊਧਾ ਨੇ ਕਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਜੋ ਕਿਸਾਨਾਂ ਤੇ ਤਸ਼ੱਦਦ ਢਾ ਰਹੀ ਹੈ ਉਸ ਦੇ ਨਤੀਜੇ ਭਿਆਨਕ ਹੋਣਗੇ, ਕਿਉਂ ਜੋ ਪੰਜਾਬ ਹੀ ਨਹੀਂ ਸੰਗੋ ਸਮੁੱਚੇ ਦੇਸ਼ ਦੀ ਜਨਤਾ ਦਾ ਭਾਜਪਾ ਤੋਂ ਮੋਹ ਇਸ ਵਕਤ ਭੰਗ ਹੋ ਚੁੱਕਿਆ ਹੈ। ਤਾਂ ਦੋਸਤੋ, ਸਭ ਤੋਂ ਪਹਿਲਾਂ ਤੁਹਾਨੂੰ ਲੈ ਚੱਲਦੇ ਹਾਂ ਨਾਭਾ ਦੇ ਵਿੱਚ, ਜਿੱਥੇ ਕਿ ਸਾਡੇ ਪੱਤਰਕਾਰ ਨੇ ਜਗਨਾਰ ਸਿੰਘ ਦੁਲੱਦੀ, ਜੋ ਕਿ ਸਾਰੀ ਦੀ ਸਾਰੀ ਸਿਚੁਏਸ਼ਨ ਦੇ ਬਾਰੇ ਵਿੱਚ ਤੁਹਾਨੂੰ ਅੱਛੇ ਤਰੀਕੇ ਨਾਲ, ਬਿਹਤਰੀਨ ਤਰੀਕੇ ਨਾਲ ਦੱਸਣਗੇ ਕਿ ਸਾਰੀ ਸਿਚੁਏਸ਼ਨ ਕੀ ਹੈ ਅਤੇ ਲੋਕਾਂ ਦਾ, ਖਾਸ ਤੌਰ ਤੇ ਕਹਾਂ ਤਾਂ ਕਿਸਾਨਾਂ ਦਾ ਜਿਹੜਾ ਹੈਗਾ ਇਸ ਪੂਰੇ ਦੇ ਪੂਰੇ ਮਾਮਲੇ ਦੇ ਬਾਰੇ ਵਿੱਚ ਕੀ ਕਹਿਣਾ ਹੈ। ਤਾਂ ਆਓ ਚੱਲਦੇ ਹਾਂ ਨਾਭੇ ਵਿੱਚ। ਦੇਖੋ ਜੀ, ਜਦੋਂ ਤੱਕ ਸਰਕਾਰ ਆ ਜਿਹੜੀ ਬਿੱਲ ਵਾਪਸ ਨਹੀਂ ਲੈਂਦੀ, ਚਾਹੇ ਸਾਨੂੰ 2 ਸਾਲ ਕਿਉਂ ਨਾ ਹੋ ਜਾਣ, ਅਸੀਂ ਆ ਜਿਹੜਾ ਆਪਣਾ ਸ਼ਾਂਤੀਪੂਰਵਕ ਪ੍ਰਦਰਸ਼ਨ ਆ, ਸਾਡੀ ਜਿਹੜੀ ਕ੍ਰਾਂਤੀ ਲੈ ਕੇ ਆਉਣ ਦੀ ਜਿਹੜੀ ਸਾਡੀ ਮੇਨ ਜਿਹੜਾ ਸਾਡਾ ਮੋਟਿਵ ਆ ਕਿ ਹਾਂ ਅਸੀਂ ਲੋਕਾਂ ਨੂੰ ਜਾਗਰੂਕ ਕਰੀਏ ਇਹਨਾਂ ਦੇ ਖਿਲਾਫ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਕਿਸੇ ਦੀਆਂ ਨਹੀਂ ਹੈਗੀਆਂ, ਉਹ ਕਿਸੇ ਦਾ ਨਹੀਂ ਸੁਣਦੀਆਂ ਹੈਗੀਆਂ, ਉਹ ਸਿਰਫ ਆਪਣੀਆਂ ਜੇਬਾਂ ਭਰਦੀਆਂ ਨੇ। ਇਸ ਦੇ ਲਈ ਸਾਨੂੰ ਚਾਹੇ 2 ਸਾਲ ਵੀ ਲੱਗ ਜਾਣ ਤਾਂ ਅਸੀਂ ਆ ਜਿਹੜਾ ਇਹਨਾਂ ਸਰਕਾਰਾਂ ਦੇ ਚੰਗੀ ਤਰ੍ਹਾਂ ਅੱਖ ਕੰਨ ਸਾਰਾ ਕੁਝ ਖੋਲ ਦੇਣਾ ਚਾਹੁੰਦੇ ਆ ਕਿ ਅਸੀਂ ਜਦੋਂ ਤੱਕ ਇਹ ਬਿੱਲ ਵਾਪਸ ਨਹੀਂ ਲੈਂਦੇ ਹੈਗੇ ਉਦੋਂ ਤੱਕ ਸਾਨੂੰ ਧੁੱਪ ਮੀਂਹ ਕੋਈ ਵੀ ਸਾਨੂੰ ਠੰਡ ਹੈ ਜਿਹੜੀ ਨਹੀਂ ਲੱਗਦੀ ਹੈਗੀ, ਅਸੀਂ ਖੜੇ ਆ, ਅਸੀਂ ਖੜੇ ਰਹਾਂਗੇ। ਦੇਖੋ, ਸਰਕਾਰ ਇਹ ਹੈ ਕਿ ਮੋਦੀ ਦਾ ਆਪ ਦਾ ਪਹਿਲਾਂ ਵੀ ਆਪਣੀ ਕਈ ਵਾਰੀ ਗੱਲ ਹੋਈ ਆ, ਆਪ ਦਾ ਉਹਦਾ ਕੋਈ ਸਟੈਂਡ ਨਹੀਂ ਹੈਗਾ। ਜੋ ਕਾਰਪੋਰੇਟ ਘਰਾਣੇ ਰੌਲਾ ਅਸਲ 'ਚ ਕਾਰਪੋਰੇਟ ਘਰਾਣੇ ਵਰਸਸ ਪਬਲਿਕ ਦਾ, ਆਮ ਪਬਲਿਕ ਵਰਸਸ ਆਪਣੇ ਘਰਾਣੇ ਜਿਹੜੇ ਨੇ ਕਾਰਪੋਰੇਟ ਘਰਾਣੇ। ਉਹ ਇਸ ਲਈ ਕਾਰਪੋਰੇਟ ਘਰਾਣੇ ਜਿਹੜੇ ਖੇਤੀਬਾੜੀ ਦੀਆਂ ਜਿਹੜੀਆਂ ਵੀ ਪੈਦਾ ਹੋਣ ਵਾਲੀਆਂ ਚੀਜ਼ਾਂ ਤੋਂ ਵੱਧ ਮੁਨਾਫਾ ਲੈਣ ਦੇ ਲਈ ਇਹਦੇ ਤੇ ਕਬਜ਼ਾ ਕਰਨਾ ਚਾਹੁੰਦੇ ਨੇ। ਇਸੇ ਕਰਕੇ ਮੋਦੀ ਸਰਕਾਰ ਦੇ ਕੰਨ ਤੇ ਜੂੰ ਸਰਕਦੀ ਨਹੀਂ, ਕਿਉਂਕਿ ਜਿੰਨਾ ਚਿਰ ਉੱਪਰੋਂ ਕਾਰਪੋਰੇਟ ਨਹੀਂ ਮੰਨਦਾ ਉਨੀ ਦੇਰ ਤੱਕ ਇਹ ਜਿਹੜਾ ਮੋਦੀ ਸਰਕਾਰ ਨਹੀਂ ਮੰਨਦੀ। ਅੱਜ ਕਾਪੀਆਂ ਕਰ ਰਹੇ, ਬੁੱਕੀਆਂ ਕਰ ਰਹੇ। ਅੱਜ 1 ਸਾਲ ਹੋ ਗਿਆ। 5 ਜੂਨ ਨੂੰ
ਆਪਣੇ ਜਿਹੜਾ ਇੱਕ ਕਾਨੂੰਨ ਸੀਗੇ ਨਾ ਇਹ ਪਾਸ ਕੀਤੇ ਸੀ ਮੋਦੀ ਸਰਕਾਰ ਨੇ, ਖੇਤੀਬਾੜੀ ਦੇ 3 ਕਾਲੇ ਕਾਨੂੰਨ, ਜਿਨ੍ਹਾਂ ਨੂੰ ਕਿਸਾਨ ਕਾਲੇ ਕਾਨੂੰਨ ਦੇ ਰੂਪ ਵਿੱਚ ਅੱਜ 1 ਸਾਲ ਪੂਰਾ ਹੋਣ ਤੇ ਹੂਕ ਰਹੇ ਨੇ ਕਿ ਅਸੀਂ ਇਹਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਹੁਣ ਤੱਕ ਵੀ ਲਾਗੂ ਨਹੀਂ ਹੋਣ ਦਿੱਤਾ, ਨਾ ਹੀ ਆਉਣ ਵਾਲੇ ਦਿਨਾਂ 'ਚ ਲਾਗੂ ਹੋਣ ਦੇਵਾਂਗੇ। ਜਿੰਨਾ ਚਿਰ ਕਾਨੂੰਨ ਵਾਪਸ ਨਹੀਂ ਹੁੰਦੇ ਅਸੀਂ ਸੰਘਰਸ਼ ਜਾਰੀ ਰੱਖਣਾ। ਤਾਂ ਦੋਸਤੋ ਇਸ ਵਕਤ ਨਾਭਾ ਸ਼ਹਿਰ ਤੋਂ ਆਉਣ ਤੋਂ ਬਾਅਦ ਹੁਣ ਅਸੀਂ ਚੱਲਦੇ ਹਾਂ ਇਸ ਵਕਤ ਪੰਚਕੂਲੇ ਦੇ ਵਿੱਚ, ਜਿੱਥੇ ਕਿ ਸਾਡੇ ਪੱਤਰਕਾਰ ਜਿਹੜੇ ਹੈਗੇ ਨੇ ਸੁਖਵਿੰਦਰ ਸੈਣੀ ਬਹੁਤ ਹੀ ਬਿਹਤਰੀਨ ਤਰੀਕੇ ਦੇ ਨਾਲ ਤੁਹਾਨੂੰ ਕਹਾਣੀ ਤੋਂ ਵਗਾ ਕਰ ਰਹੇ ਨੇ। ਕਿਸਾਨਾਂ ਵੱਲੋਂ ਲਗਾਤਾਰ ਮੁਜ਼ਾਹਰਾ ਕਰਕੇ ਆਪਣੀਆਂ ਹੱਕੀ ਜਿਹੜੀਆਂ ਹੈਗੀਆਂ ਮੰਗਾਂ ਉਹਨਾਂ ਵਾਸਤੇ ਸਰਕਾਰ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੋਈ ਹੈ। ਇਸ ਕਰਕੇ ਇਸ ਵਕਤ ਤੁਹਾਨੂੰ ਦੇਖਣਾ ਚਾਹੀਦਾ ਹੈ ਕਿ ਜਿਹੜੀ ਕੇਂਦਰ ਸਰਕਾਰ ਹੈ ਉਹ ਉਹਨਾਂ ਨੂੰ ਸਰਦੀ ਵਿੱਚ ਬਿਠਾ ਕੇ ਇਸ ਵਕਤ ਇੰਤਜ਼ਾਮਾਂ ਨੂੰ ਆਪਦੇ ਪੂਰੇ ਦੇ ਪੂਰੇ ਪੁਖਤਾ ਕਰਨ ਦੇ ਬਾਵਜੂਦ ਹੁਣ ਗਰਮੀ ਦੇ ਵਿੱਚ ਉਹਨਾਂ ਨੂੰ ਫੂਕਣ ਵਾਸਤੇ ਮਜਬੂਰ ਕਰ ਰਹੀ ਹੈ। ਪਰ ਇਸ ਵਕਤ ਅੰਨਦਾਤਾ ਕਿਸਾਨ ਆ ਜਿਹੜਾ ਉਹਦੇ ਵੱਲੋਂ ਆਪਣੀਆਂ ਹੱਕਾਂ ਜਿਹੜੀਆਂ ਹੈਗੇ ਨੇ, ਆਪਣੇ ਮੰਗਾਂ ਨੂੰ ਅੱਖੋਂ ਪਰੋਖੇ ਕਰਨ ਦੀ ਜਿਹੜੀ ਹੈਗੀ ਕੋਸ਼ਿਸ਼, ਇਹਨਾਂ ਦੀ ਕੋਝੀ ਕੋਸ਼ਿਸ਼ ਆ ਜਿਹੜੀ ਕੇਂਦਰ ਸਰਕਾਰ ਦੀ, ਉਹਨੂੰ ਕੋਸ਼ਿਸ਼ ਨੂੰ ਬਿਲਕੁਲ ਲਾਂਬੂ ਲਾ ਰਿਹਾ ਹੈ। ਅਤੇ ਇਸ ਵਕਤ ਤੁਸੀਂ ਤਸਵੀਰਾਂ 'ਚ ਵੇਖ ਸਕਦੇ ਹੋ ਕਿ ਪੰਚਕੂਲੇ ਦੇ ਲੋਕ ਨੇ ਜਿਹੜੇ ਉਹ ਅੱਗ ਬਬੂਲੇ ਹੋ ਕੇ ਅੱਗੇ ਆਏ ਹੋਏ ਨੇ। ਤਾਂ ਉਹਨਾਂ ਤਸਵੀਰਾਂ ਵਿੱਚ ਹੁਣ ਇਸ ਵਕਤ ਕਿਸਾਨ ਜਿਹੜੇ ਹੈਗੇ ਨੇ, ਕਿਸਾਨਾਂ ਦਾ ਕੀ ਕਹਿਣਾ ਉਹ ਸੁਣਦੇ ਆ। ਤੇ ਇਸ ਵਕਤ ਦੀ ਜਿਹੜੀ ਵਿਸ਼ੇਸ਼ ਰਿਪੋਰਟ ਹੈ ਸਾਡੇ ਪੱਤਰਕਾਰ ਸੁਖਵਿੰਦਰ ਸੈਣੀ ਦੀ ਜਿਹੜੀ ਹੈ ਰਿਪੋਰਟ ਉਹ ਤੁਹਾਨੂੰ ਸੁਣਾਉਣੇ ਆ। ਉੱਥੇ ਜਾ ਕੇ ਪੂਰੇ ਸੈਕਟਰ ਦੇ ਬਾਹਰ ਅਸੀਂ ਇਹ ਕਾਪੀਆਂ ਫੂਕਾਂਗੇ, ਕਿਉਂਕਿ ਅਸੀਂ ਸਾਰੇ ਵੀਰ ਕਿਸਾਨ ਵੀਰ ਆਪਾਂ ਵੋਟ ਪਾਉਂਦੇ ਆ ਜਾਂ ਸਾਡੇ ਕੋਲ ਆਉਂਦੇ ਆ ਵੋਟ ਮੰਗਣ, ਫਿਰ ਉਸ ਟਾਈਮ ਇਹ ਸਾਡੇ ਕੋਲ ਹੱਥ ਜੋੜਦੇ ਆ। ਅੱਜ ਆਪਣੇ ਸੈਕਟਰ ਦੇ ਵਿੱਚ ਵੜਨ ਵਾਸਤੇ ਵੀ ਇਹਨਾਂ ਨੇ ਸਾਨੂੰ ਰੋਕਣ ਵਾਸਤੇ ਪੁਲਿਸ ਦੀ ਤਾਦਾਦ ਦੇਖੋ ਤੁਸੀਂ ਕਿੰਨੀ ਲਾਈ ਵੀ ਹੈ। ਇਹ ਦੇਖੋ ਜੀ, ਇਹਨਾਂ ਨੇ ਸਾਡੇ ਡੰਡੇ ਮਾਰੇ ਕਿਸਾਨ ਵੀਰਾਂ ਦੇ, ਸਿਰਫ ਸਿੰਪਲ ਸਾਡਾ ਰਾਈਟ ਸੀਗਾ। ਔਰ ਇਹਨਾਂ ਨੂੰ ਮੈਨੂੰ ਡੈਜਿਗਨੇਸ਼ਨ ਨਹੀਂ ਪਤਾ, ਇਹਨਾਂ ਨਾਲ ਗੱਲ ਕਰੀ ਕਿ ਭਾਈ ਸਾਹਿਬ ਅਸੀਂ ਉੱਥੇ ਜਾ ਕੇ ਬਾਹਰ ਉਹਨਾਂ ਦੇ ਸੈਕਟਰ ਦੇ ਅਸੀਂ ਇਹ ਕਾਪੀਆਂ ਫੂਕਣੀਆਂ ਨੇ, ਸਿੰਪਲ ਗੱਲ ਕਰੀ ਸੀਗੀ। ਪਰ ਹੁਣ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰ ਰਿਹਾ ਹੈ, ਇਹ ਧੱਕਾ ਅਸੀਂ ਨਹੀਂ ਸਹਾਂਗੇ। ਵੀਰ ਅਸੀਂ ਜਾਂ ਅੱਗੇ ਜਾਣਾ ਸੀਗਾ, ਆਪਾਂ ਸ਼ਾਂਤੀਪੂਰ ਤਰੀਕੇ ਨਾਲ ਜਾ ਕੇ ਫੂਕ ਕੇ ਆਪਣੀ ਵਾਪਸੀ। ਅੱਛਾ ਜੀ। ਪ੍ਰਸ਼ਾਸਨ ਨੇ ਰੋਕਿਆ, 20 ਮਿੰਟ ਦਾ ਟਾਈਮ ਦਿੱਤਾ ਸੀ, ਅੱਗੇ ਜਾ ਰਹੇ ਕੋਈ ਪ੍ਰਸ਼ਾਸਨ ਤੇ ਅੱਗੇ ਨਹੀਂ ਚੁੱਕਿਆ, ਹੱਥ ਨਹੀਂ ਚੁੱਕਿਆ ਸੀ। ਸਿਵਲ ਵਰਦੀ ਦੇ ਵਿੱਚ ਸਿਵਲ ਵਰਦੀ ਬੰਦੇ ਵੀ ਸੀਗੇ ਜੀ ਕਾਫੀ ਹੱਦ ਤੱਕ, ਆਪਣੇ ਨਾਲ ਕਿਸਾਨਾਂ ਨਾਲ ਨਹੀਂ ਉਹਨਾਂ ਨਾਲ ਪ੍ਰਸ਼ਾਸਨ ਨਾਲ। ਤੇ ਜੀ ਆਪਾਂ ਅੱਗੇ ਚੱਲ ਗਏ, ਪਹਿਲਾਂ ਤਾਂ ਜਦ ਬੈਰੀਕੇਡਿੰਗ ਅੱਗੇ ਆਪਾਂ ਜਾ ਰਹੇ ਸੀਗੇ ਅੱਗੇ, ਉਦੋਂ ਇਹਨਾਂ ਨੇ 2-3 ਸੋਟੀਆਂ ਮਾਰੀਆਂ। ਚਲੋ ਉਦੋਂ ਉਹਨਾਂ ਦੀ ਡਿਊਟੀ ਸੀਗੀ, ਉਹਨਾਂ ਨੇ ਕੀਤੀ। ਅੱਛਾ ਜੀ। ਉਸ ਤੋਂ ਬਾਅਦ ਆਪਾਂ ਅੱਗੇ ਸਾਰੇ ਅੱਗੇ ਲੰਘ ਗਏ, ਮੈਂ ਪਿੱਛੇ ਰਹਿ ਗਿਆ। ਮੈਨੂੰ ਹੱਥ ਤੋਂ ਫੜ ਲਿਆ, ਇੱਕ ਪਤਾ ਨਹੀਂ 2 ਸਟਾਰ ਵਾਲੇ ਸੀਗੇ, ਕਹਿੰਦੇ ਇਹਨੂੰ ਅੰਦਰ ਕਰੋ, ਇਹਨੂੰ ਅੰਦਰ ਲਓ, ਇਹਨੂੰ ਸਰਦਾਰ ਨੂੰ ਅੰਦਰ ਲੈ ਕੇ ਜਾਓ। ਮੈਂ ਜੀ ਆਪਣਾ ਹੱਥ ਛੜਾ ਕੇ ਤੇਜ਼ ਭੱਜ ਕੇ ਵਾਪਸ ਇੱਥੇ ਆਇਆ ਆਪਣੇ ਭਰਾਵਾਂ ਕੋਲ। ਕੋਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਆਪ ਬਿਲਕੁਲ ਸ਼ਾਂਤਮਈ ਸੀਗੇ ਜੀ। ਅੱਛਾ ਜੀ। ਖਾਲੀ ਹੱਥ ਹਾਂ, ਸਾਡੇ ਤਾਂ ਪਹਿਲਾਂ ਝੰਡੇ ਦਾ ਇਤਰਾਜ਼ ਕਰਦੇ ਕਿਉਂਕਿ ਤੇ ਡੰਡਾ ਹੁੰਦਾ, ਮੇਰੇ ਹੱਥ 'ਚ ਉਹ ਵੀ ਨਹੀਂ ਸੀਗਾ ਜੀ। ਤਾਂ ਦੋਸਤੋ ਹੁਣ ਤੱਕ ਤੁਸੀਂ ਤਸਵੀਰਾਂ ਵੇਖੀਆਂ ਨੇ ਪੰਚਕੂਲੇ ਦੀਆਂ, ਜਿੱਥੇ ਕਿ ਸੁਖਵਿੰਦਰ ਸੈਣੀ ਆਪਣੀ ਰਿਪੋਰਟ ਪੇਸ਼ ਕਰ ਰਹੇ ਸੀ। ਪਰ ਹੁਣ ਆਓ ਲੈ ਚੱਲਦੇ ਹਾਂ ਤੁਹਾਨੂੰ ਫਤਿਹਗੜ੍ਹ ਸਾਹਿਬ ਦੇ ਵਿੱਚ ਇਸ ਵਕਤ ਸਾਡੇ ਪੱਤਰਕਾਰ ਜਗਦੇਵ ਸਿੰਘ ਸਾਡੇ ਨਾਲ ਜੁੜੇ ਹੋਏ ਨੇ। ਜਗਦੇਵ ਸਿੰਘ ਦੇ ਵੱਲੋਂ ਇਸ ਵਕਤ ਕਿਸਾਨਾਂ ਨੂੰ ਸਿੱਧੇ ਤੌਰ ਤੇ ਜਾ ਕੇ ਸਵਾਲ ਪੁੱਛੇ ਜਾ ਰਹੇ ਨੇ ਇਸ ਮਾਮਲੇ ਦੇ ਬਾਰੇ ਵਿੱਚ ਕਿ ਜਿਹੜੀ ਇਸ ਵਕਤ ਦਾ ਅੜੀਅਰ ਰਵੱਈਆ ਦਾ ਕਾਰਨ ਕੀ ਹੈ, ਕਿਉਂਕਿ ਲੋਕਤੰਤਰ ਜਿਹੜਾ ਹੈਗਾ ਹੈ ਉਹ ਲੋਕਾਂ ਦਾ, ਲੋਕਾਂ ਦੁਆਰਾ ਅਤੇ ਲੋਕਾਂ ਦੇ ਲਈ ਸ਼ਾਸਨ ਹੈ। ਤਾਂ ਫਿਰ ਇਸ ਡੈਮੋਕ੍ਰੇਸੀ ਦੇ ਵਿੱਚ ਆਪਣਾ ਇੱਕ ਤਾਨਾਸ਼ਾਹੀ ਰਵੱਈਆ ਰੱਖਣ ਦਾ ਜਾਂ ਫਿਰ ਉਸ ਨੂੰ ਅੱਗੇ ਵਧਾਉਣ ਦਾ ਕਾਰਨ ਕੀ ਬਣਦਾ ਹੈ? ਸਾਡੇ ਕੈਬਨਿਟ ਦੇ ਵਿੱਚ ਜਿਹੜੇ ਕੇਂਦਰ ਦੇ ਵਿੱਚ ਬੈਠੇ ਨੇ ਲੋਕ, ਉਹਨਾਂ ਨੂੰ ਇਸ ਚੀਜ਼ ਦਾ ਖਿਆਲ ਕਿਉਂ ਨਹੀਂ ਆਉਂਦਾ ਕਿ ਇਸ ਵਕਤ ਦੀ ਜਿਹੜੀ ਜੰਗ ਹੈ ਉਹ ਜੰਗ ਲੋਕਾਂ ਦੀ ਇਸ ਵਕਤ ਸਰਕਾਰ ਦੇ ਨਾਲ ਚੱਲ ਰਹੀ ਹੈ, ਜੋ ਕਿ ਬਿਲਕੁਲ ਵੀ ਹੋਣੀ ਨਹੀਂ ਚਾਹੀਦੀ। ਪਰ ਇਸ ਵਕਤ ਜੋ ਹੋ ਰਿਹਾ ਹੈ ਉਹ ਕਿਤੇ ਨਾ ਕਿਤੇ ਸਥਿਤੀ ਨੂੰ ਬਹੁਤ ਹੀ ਜ਼ਿਆਦਾ ਟੇਢੇ ਤਰੀਕੇ ਨਾਲ ਪੇਸ਼ ਕਰ ਰਿਹਾ ਹੈ। ਤਾਂ ਆਓ ਲੈ ਚੱਲਦੇ ਹਾਂ ਤੁਹਾਨੂੰ ਫਤਿਹਗੜ੍ਹ ਸਾਹਿਬ ਦੀ ਸਰਜ਼ਮੀਨ ਦੇ ਉੱਪਰ, ਜਿੱਥੇ ਕਿ ਸਾਡੇ ਪੱਤਰਕਾਰ ਜਗਦੇਵ ਸਿੰਘ ਤੁਹਾਨੂੰ ਪੂਰੀ ਦੀ ਪੂਰੀ ਸਿਚੁਏਸ਼ਨ ਦੇ ਨਾਲ ਆਗਾਹ ਕਰਵਾਉਣਗੇ। 5 ਜੂਨ ਅੱਜ ਉਹ ਦਿਨ ਹੈ ਜਿਸ ਦਿਨ ਮੋਦੀ ਸਰਕਾਰ ਨੇ ਪਿਛਲੇ ਸਾਲ ਲੋਕਡਾਊਨ ਲਾ ਕੇ ਚੋਰੀ ਛੁਪੇ ਜਿਹੜੇ ਬਿੱਲ ਹੈ ਉਹ ਆਰਡੀਨੈਂਸ ਦੇ ਰੂਪ ਦੇ ਵਿੱਚ ਲੈ ਕੇ ਆਂਦੇ ਸੀ 5 ਜੂਨ ਨੂੰ। ਅੱਜ 1 ਸਾਲ ਹੋ ਗਿਆ। 1 ਸਾਲ ਸੰਯੁਕਤ ਮੋਰਚੇ ਦੀ ਕਾਲ ਸੀ ਵੀ ਅੱਜ ਸੰਪੂਰਨ ਕ੍ਰਾਂਤੀ ਦਿਵਸ ਦੇ ਰੂਪ ਦੇ ਵਿੱਚ ਬਿੱਲਾਂ ਨੂੰ ਹੈ ਜਿਹੜਾ ਉਹ ਪਾੜ ਕੇ ਅਸੀਂ 3 ਕਾਲੇ ਕਾਨੂੰਨਾਂ ਦੇ ਖਿਲਾਫ ਹੈ ਜਿਹੜਾ ਰੋਸ ਪ੍ਰਦਰਸ਼ਨ ਕਰਨਾ ਹੈ। ਉਹ ਹਰੇਕ ਡਿਸਟ੍ਰਿਕਟ ਹੈੱਡ ਤੇ, ਹਰੇਕ ਐਸਡੀਐਮ ਦੇ ਦਫ਼ਤਰ ਦੇ ਸਾਹਮਣੇ, ਤਹਿਸੀਲਾਂ ਦੇ ਹੈੱਡ ਤੇ, ਜਿੱਥੇ ਬੀਜੇਪੀ ਦੇ ਨੇਤਾ ਨਹੀਂ ਹੈ ਉੱਥੇ ਇਹਨਾਂ ਨੂੰ ਐਸਡੀਐਮ ਡੀਸੀ ਦੇ ਦਫ਼ਤਰ ਦੇ ਸਾਹਮਣੇ ਸਾੜਨਾ ਹੈ, ਤੇ ਜਿੱਥੇ ਬੀਜੇਪੀ ਦੇ ਨੇਤੇ ਨੇ ਉੱਥੇ ਉਹਨਾਂ ਦੇ ਘਰਾਂ ਦੇ ਸਾਹਮਣੇ ਸਾੜਨਾ ਹੈ। ਹੁਣ ਚੁਣਿਆ ਇਹਨਾਂ ਨੇ ਕਾਲੇ ਕਾਨੂੰਨ ਮਤਲਬ ਪਾਸ ਕਰਨ ਲਈ। 5 ਜੂਨ ਕਿਉਂ ਚੁਣਿਆ? ਕਿਉਂਕਿ ਸਿੱਖ ਭਾਈਚਾਰਾ ਜਿਹੜਾ ਉਹ ਜ਼ਿਆਦਾ ਖੇਤੀ ਦੇ ਵਿੱਚ ਹੈ। 5 ਜੂਨ ਨੂੰ ਹੀ ਮਤਲਬ ਇੰਦਰਾ ਗਾਂਧੀ ਨੇ ਅਟੈਕ ਕੀਤਾ ਹੋਇਆ ਸੀ। ਇਹ ਹਫਤਾ ਸਾਰਾ ਘੁੱਲੂਘਰ ਦਾ ਹਫਤਾ ਹੈ। ਇਹਨਾਂ ਨੇ ਜਾਣਬੁੱਝ ਕੇ ਇਹਨੂੰ ਚੁਣਿਆ ਸਾਡੇ ਜ਼ਖਮਾਂ ਦੇ ਉੱਤੇ ਲੂਣ ਪਾਉਣ ਲਈ। 5 ਜੂਨ ਚੁਣੀ ਆ ਇਹਨਾਂ ਨੇ ਵੀ 5 ਜੂਨ ਨੂੰ ਇਹਨਾਂ ਨੇ ਕਾਲੇ ਕਾਨੂੰਨ ਸਾਡੇ ਤੇ ਪਾਸ ਕੀਤੇ ਨੇ। 5 ਜੂਨ ਨੂੰ ਇਹ ਸਾਡੇ ਹਰਮੰਦਰ ਸਾਹਿਬ ਤੇ ਇਹ ਅਟੈਕ ਕਰਦੇ ਨੇ। 5 ਜੂਨ ਨੂੰ ਇਹ ਸਾਡੇ ਮਤਲਬ ਸਿੱਖ ਕੌਮ ਦਾ ਘਾਣ ਕਰਦੇ ਨੇ। 5 ਜੂਨ ਨੂੰ ਇਹ
ਮਤਲਬ ਸਿੱਖਾਂ ਨੂੰ ਲਾ ਲਓ, ਖੇਤੀ ਨੂੰ ਲਾ ਲਓ, ਸਾਰਾ ਕੁਝ ਖਤਮ ਕਰ ਰਹੇ ਨੇ। ਤਾਂ ਦੋਸਤੋ ਅਸੀਂ ਫਤਿਹਗੜ੍ਹ ਸਾਹਿਬ ਦੀ ਸਰਜ਼ਮੀਨ ਦੇ ਉੱਪਰ ਪੂਰੀ ਦੀ ਪੂਰੀ ਸਿਚੁਏਸ਼ਨ ਤੁਹਾਨੂੰ ਦਿਖਾਈ ਹੈ। ਤਾਂ ਹੁਣ ਆਓ ਲੈ ਚੱਲਦੇ ਹਾਂ ਤੁਹਾਨੂੰ ਗੁਰਦਾਸਪੁਰ ਦੇ ਵਿੱਚ ਸਾਡੇ ਪੱਤਰਕਾਰ ਰਣਜੀਤ ਸਿੰਘ ਅਤੇ ਰਵਿੰਦਰ ਸੈਣੀ ਦੇ ਵੱਲੋਂ ਪੂਰੀ ਦੀ ਪੂਰੀ ਰਿਪੋਰਟ ਬਹੁਤ ਹੀ ਬਿਹਤਰੀਨ ਤਰੀਕੇ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਰਿਪੋਰਟ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਬੱਚੇ, ਬਜ਼ੁਰਗ, ਮਹਿਲਾਵਾਂ, ਸਾਰੇ ਦੇ ਸਾਰੇ ਲੋਕ ਅੱਗੇ ਆ ਕੇ ਆਪਣੀਆਂ ਹੱਕੀ ਮੰਗਾਂ ਦੇ ਵਾਸਤੇ ਅੱਗੇ ਆਏ ਹੋਏ ਨੇ। ਇਹਨਾਂ ਛੋਟੇ ਜਿਹੜੇ ਬੱਚੇ ਨੇ, ਮਹਿਲਾਵਾਂ ਨੇ, ਇਹਨਾਂ ਨੂੰ ਆਪਣੇ ਫਿਊਚਰ ਦੀ, ਇਸ ਵਕਤ ਦੀ ਭਵਿੱਖ ਦੀ ਚਿੰਤਾ ਹੈ, ਕਿਉਂਕਿ ਅਗਰ ਕਿਸਾਨੀ ਡੁੱਬੇਗੀ ਤਾਂ ਪੂਰਾ ਦਾ ਪੂਰਾ ਜਿਹੜਾ ਸਮਾਜ ਹੈ ਉਹ ਆਰਥਿਕਤਾ ਦੇ ਤੌਰ ਤੇ ਮੰਦਹਾਲੀ ਦੇ ਵਿੱਚ ਚਲਾ ਜਾਵੇਗਾ। ਇਸ ਵਕਤ ਜਿਹੜੇ ਲੋਕ ਇਹ ਸੋਚ ਰਹੇ ਨੇ ਕਿ ਇਹ ਸਿਰਫ ਤੇ ਸਿਰਫ ਕਿਸਾਨਾਂ ਦੀ ਜੰਗ ਹੈ ਜਾਂ ਫਿਰ ਆਮ ਲੋਕਾਂ ਦੀ ਜੰਗ ਹੈ ਹੀ ਨਹੀਂ, ਤਾਂ ਉਹ ਜ਼ਰੂਰ ਇਸ ਗੱਲ ਨੂੰ ਯਾਦ ਰੱਖਣ ਕਿ ਰੋਟੀ ਸਾਰੇ ਖਾਂਦੇ ਆ, ਅਸੀਂ ਅਨਾਜ ਸਾਰੇ ਖਾਂਦੇ ਆ, ਤੇ ਇਸ ਵਕਤ ਜੇ ਇਹ ਵਕਤ ਤੁਸੀਂ ਕਿਸਾਨਾਂ ਦਾ ਸਾਥ ਨਾ ਦਿੱਤਾ ਤਾਂ ਆਉਣ ਵਾਲੀ ਜਿਹੜੀ ਸਥਿਤੀ ਹੈ, ਜਿਹੜੀ ਪੂਰੀ ਦੀ ਪੂਰੀ ਸਿਚੁਏਸ਼ਨ ਆ, ਉਹ ਡਾਵਾਡੋਲ ਜ਼ਰੂਰ ਹੋਵੇਗੀ ਤੇ ਕਿਤੇ ਨਾ ਕਿਤੇ ਜ਼ਿੰਮੇਵਾਰ ਜਿਹੜੇ ਹੋਵਾਂਗੇ ਉਹ ਅਸੀਂ ਖੁਦ ਹੋਵਾਂਗੇ। ਅਤੇ ਇਹਨਾਂ ਸਾਰੇ ਦੀ ਸਾਰੀਆਂ ਗੱਲਾਂ ਦੀ ਗਵਾਹੀ ਭਰ ਰਹੇ ਨੇ ਗੁਰਦਾਸਪੁਰ ਸ਼ਹਿਰ ਦੇ ਕਿਸਾਨ ਅਤੇ ਆਮ ਲੋਕ। ਕਿਤੇ ਨਾ ਕਿਤੇ ਵਪਾਰੀਆਂ ਦੇ ਵੱਲੋਂ ਵੀ ਇਸ ਸਿਚੁਏਸ਼ਨ ਦੇ ਵਿੱਚ ਸਾਥ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਪਰ ਹੁਣ ਸਥਿਤੀ ਜਿਹੜੀ ਹੈਗੀ ਹੈ ਉਹ ਵੇਖਣੀ ਇਹ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਕੀ ਇਸ ਦੇ ਬਾਰੇ ਵਿੱਚ ਅੱਗੇ ਜਾ ਕੇ ਫੈਸਲਾ ਲਿੱਤਾ ਜਾ ਰਿਹਾ ਹੈ। ਤਾਂ ਆਓ ਪਹਿਲਾਂ ਲੈ ਚੱਲਦੇ ਹਾਂ ਤੁਹਾਨੂੰ ਗੁਰਦਾਸਪੁਰ ਸ਼ਹਿਰ ਦੇ ਵਿੱਚ। ਇਹ ਜੀ ਕਾਲੇ ਕਾਨੂੰਨ ਜਿਹੜੇ ਬਣੇ ਮੋਦੀ ਨੇ ਬਣਾਏ ਸੀ, 1 ਸਾਲ ਪੂਰਾ ਹੋ ਗਿਆ। 1 ਸਾਲ ਉਹ ਕਾਲਾ ਦਿਨ ਮਨਾਉਣ ਵਾਸਤੇ ਉਹ ਕਾਪੀਆਂ ਹੀ ਸਾੜ ਰਹੇ ਆ। ਇਸ ਕਰਕੇ ਵੀ ਇਹ ਜਿਹੜੇ ਕਾਲੇ ਕਾਨੂੰਨ ਆ ਇਹ ਹਰ ਇੱਕ ਵਾਸਤੇ ਮੌਤ ਦੇ ਵਾਰੰਟ ਆ। ਦੁਕਾਨਦਾਰ, ਆੜਤੀਆ, ਟਰਾਂਸਪੋਰਟਰ, ਜਿਹੜਾ ਵੀ ਉਹਨਾਂ ਦੇ ਮੌਤ ਦੇ ਵਾਰੰਟ ਆ। ਇਸ ਕਰਕੇ ਇਹਨਾਂ ਦੇ ਕਾਨੂੰਨ 1 ਸਾਲ ਬਾਅਦ ਹੋ ਗਿਆ, ਸਾਲ ਹੋ ਗਿਆ ਪੂਰਾ, ਅਸੀਂ ਕਾਪੀਆਂ ਸਾੜ ਰਹੇ ਹਾਂ। ਪਹਿਲੋਂ 6 ਮਹੀਨੇ 26 ਤਰੀਕ ਨੂੰ ਸੰਘਰਸ਼ ਚੱਲਦੇ ਨੂੰ ਹੋ ਗਏ ਸੀ। 26 ਤਰੀਕ ਨੂੰ ਪੂਰੇ ਭਾਰਤ 'ਚ ਇਹਨਾਂ ਦੇ ਪੁਤਲੇ ਫੂਕੇ ਗਏ ਸੀ। ਅੱਜ ਜਿਹੜੀਆਂ ਕਾਪੀਆਂ ਇਹ BJP ਦੇ ਪੂਰੇ ਜਿੰਨੇ ਮੰਤਰੀ ਸੰਤਰੀ ਆ ਉਹਨਾਂ ਦੇ ਘਰਾਂ ਗਾੜੀ ਫੂਕੀਆਂ ਗਈਆਂ ਵਾ, ਕਿਉਂਕਿ ਬਟਾਲੇ 'ਚ ਇਹਨਾਂ ਦਾ ਮੰਤਰੀ ਨਹੀਂ ਲੱਭਾ। ਇਸ ਕਰਕੇ ਅਸੀਂ ਇੱਥੇ ਫੁਹਾਰਾ ਚੌਂਕੀ ਵੀ ਇਹਦਾ ਕੋਈ ਅਸਰ ਹੋਏਗਾ। ਇਹਦਾ ਬੜਾ ਅਸਰ ਆ ਜੀ ਲੋਕਾਂ ਦਾ। ਲੋਕੀ ਵੇਖ ਕੇ ਇਕੱਠ ਹੁੰਦਾ ਲੋਕਾਂ ਦੇ ਦਿਮਾਗ 'ਚ ਪੈ ਜਾਂਦੀ ਆ ਵੀ ਪੂਰੇ ਭਾਰਤ ਨੂੰ ਇਹਦਾ ਫਾਇਦਾ ਨਹੀਂਗਾ, ਕੋਈ ਨੁਕਸਾਨ ਹੀ ਆ ਜੀ। ਅੱਜ ਦਾ ਜੋ ਰੋਸ ਪ੍ਰਗਟਾਵਾ ਵਾ ਇਹ 3 ਕਾਲੇ ਖੇਤੀ ਕਾਨੂੰਨ ਕਾਪੀਆਂ ਸਾੜ ਕੇ ਮੋਦੀ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ। ਇਹ 6 ਮਹੀਨੇ ਤੋਂ ਜ਼ਿਆਦਾ ਹੋ ਗਏ ਆ। ਕਿਸਾਨ ਮਜ਼ਦੂਰ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਹੋਏ ਆਪਣੇ ਹੱਕੀ ਮੰਗਾਂ ਮੰਗ ਰਹੇ ਆ ਔਰ ਇਹ ਕੇਂਦਰ ਸਰਕਾਰ ਜਿਹੜੀ ਆ ਉਹਦੇ ਗੱਲ ਦੇ ਵਿੱਚ ਉਠਾ ਦੇਣ ਵਾਸਤੇ ਇਹ ਅੰਦੋਲਨ ਜਿਹੜਾ ਵਾ ਇਹ ਲਗਾਤਾਰ ਚੱਲਦਾ ਰਹੂਗਾ। ਤਾਂ ਦੋਸਤੋ ਅਸੀਂ ਸਾਰੇ ਦੇ ਸਾਰੇ ਜਿਹੜੇ ਹੈਗੇ ਨੇ ਤੁਹਾਡੇ ਨਾਲ ਜ਼ਿਲ੍ਹੇ ਇਸ ਵਕਤ ਡਿਸਕਸ ਕੀਤੇ ਨੇ ਕਿ ਗੁਰਦਾਸਪੁਰ, ਫਤਿਹਗੜ੍ਹ, ਪੰਚਕੂਲਾ, ਨਾਭਾ ਤੇ ਇਸ ਤੋਂ ਇਲਾਵਾ ਇੱਕ ਹੋਰ ਜਿਹੜਾ ਹੈਗਾ ਇਲਾਕਾ ਮੋਰਿੰਡਾ ਦੇ ਬਾਰੇ ਵਿੱਚ ਤੁਹਾਨੂੰ ਸਾਰੇ ਦੇ ਬਾਰੇ ਜਾਣਕਾਰੀ ਦੇ ਰਹੇ ਹਾਂ। ਤੇ ਮੋਰਿੰਡੇ ਦੇ ਵਿੱਚ ਵੀ ਹੁਣ ਤੁਹਾਨੂੰ ਲੈ ਚੱਲਦੇ ਹਾਂ। ਸਭ ਤੋਂ ਪਹਿਲਾਂ ਮੋਰਿੰਡੇ ਦੇ ਵਿੱਚ ਜਿਹੜੀ ਸਿਚੁਏਸ਼ਨ ਹੈ ਉਹ ਪੂਰੀ ਦੀ ਪੂਰੀ ਇੱਕ ਅਲੱਗ ਹੀ ਆਪਣੀ ਕਹਾਣੀ ਜਿਹੜੀ ਹੈਗੀ ਬਿਆਨ ਕਰ ਰਹੀ ਹੈ। ਤੇ ਉਸ ਤੋਂ ਇਲਾਵਾ ਇਹ ਸਾਰੀ ਸਿਚੁਏਸ਼ਨ ਜਿਹੜੀ ਹੈਗੀ ਚੱਲਦੀ ਆ। ਪਰ ਆਓ ਹੁਣ ਆਪਾਂ ਚੱਲਦੇ ਹਾਂ ਮੋਰਿੰਡਾ ਦੇ ਵਿੱਚ। ਤੇ ਮੋਰਿੰਡਾ ਦੇ ਵਿੱਚ ਸਾਡੇ ਜਿਹੜੇ ਪੱਤਰਕਾਰ ਨੇ ਗੁਰਮੀਤ ਚੋਪੜਾ, ਉਹ ਕੀ ਕਹਿੰਦੇ ਨੇ ਇਸ ਸਾਰੀ ਸਿਚੁਏਸ਼ਨ ਦੇ ਬਾਰੇ ਵਿੱਚ। 5 ਜੂਨ ਨੂੰ ਇਹ ਕਾਲੇ ਕਾਨੂੰਨ ਲਾਗੂ ਹੋਏ ਨੂੰ 1 ਸਾਲ ਹੋਣ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ ਵੀ ਸਾਰੇ ਹਿੰਦੁਸਤਾਨ ਦੇ ਵਿੱਚ ਅੱਜ ਇਹ ਕਾਨੂੰਨਾਂ ਦੀਆਂ SDM ਦਫ਼ਤਰ ਦੇ ਅੱਗੇ, DC ਦਫ਼ਤਰ ਦੇ ਅੱਗੇ, ਜਿੱਥੇ ਕਿਤੇ ਵੀ BJP ਦੇ ਲੀਡਰ ਸਾਹਿਬਾਨ ਹੈ ਉੱਥੇ ਇਹਨਾਂ ਦੀਆਂ ਕਾਪੀਆਂ ਸਾੜ ਕੇ ਉਸ ਪ੍ਰੋਟੈਸਟ ਕੀਤਾ ਜਾਵੇ। ਅਸੀਂ ਵੀ ਅੱਜ ਸਾਡੇ ਮੋਰਿੰਡਾ ਨਿਵਾਸੀਆਂ ਨੇ, ਮੋਰਿੰਡੇ ਇਲਾਕੇ ਦੇ ਨਾਲ ਦੇ ਕਿਸਾਨ ਵੀਰਾਂ ਨੇ, ਸ਼ਹਿਰੀਆਂ ਨੇ ਅੱਜ ਅਸੀਂ ਉਹ ਰੋਸ ਪ੍ਰੋਟੈਸਟ ਕੀਤਾ ਅਤੇ ਨਾਲ ਦੀ ਨਾਲ ਅਸੀਂ 2 ਤਰੀਕ ਨੂੰ ਵੀ ਸਾਡਾ ਇੱਥੋਂ ਇੱਕ ਸੰਯੁਕਤ ਮੋਰਚੇ ਦੀ ਕਾਲ 'ਤੇ ਇੱਕ ਬਹੁਤ ਵੱਡਾ ਜਥਾ ਗਿਆ ਹੈ। ਅੱਜ ਫਿਰ ਇਹ ਜਥਾ ਜਾ ਰਿਹਾ ਹੈ ਠੀਕ ਹੈ ਦਿੱਲੀ ਵਾਸਤੇ। ਔਰ ਅਸੀਂ ਅੱਜ ਸ਼ਹਿਰ ਨਿਵਾਸੀ ਜਿਹੜੇ ਕਾਫੀ ਸਾਰੇ ਸਾਡੇ ਮਿਸਤਰੀ ਭਰਾ ਨੇ ਉਹ ਅੱਜ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ। ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਵੀ ਐਸੇ ਤਰ੍ਹਾਂ ਜਿਹੜੇ ਸ਼ਹਿਰ ਨਿਵਾਸੀ ਹੈ ਉਹ ਇੱਕ ਜਥਾ ਲੈ ਕੇ ਜਾਣ, ਕਿਉਂਕਿ ਇਹ ਜੇ ਲੜਾਈ ਸਮੁੱਚੇ ਪੰਜਾਬੀਆਂ ਦੀ ਲੜਾਈ ਹੈ। ਔਰ ਜਿੱਦਾਂ ਇਸ ਐਜੀਟੇਸ਼ਨ ਦਾ ਆਧਾਰ ਵੱਧ ਰਿਹਾ ਹੈ ਸਾਰੇ ਭਾਰਤ ਦੇ ਵਿੱਚ, ਤਾਂ ਉਹ ਇੱਕ ਸ਼ਲਾਘਾਯੋਗ ਹੈ। ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਯੂਪੀ ਦੀ ਇਲੈਕਸ਼ਨ ਹੈ, ਜਿੱਦਾਂ ਦਾ ਯੂਪੀ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਪੰਚਾਇਤ ਇਲੈਕਸ਼ਨਾਂ ਦੇ ਵਿੱਚ ਉਹਨਾਂ ਦਾ BJP ਦਾ ਗ੍ਰਾਫ ਡਾਊਨ ਆਇਆ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਸੰਯੁਕਤ ਮੋਰਚਾ ਪਲੈਨਿੰਗ ਕਰ ਰਿਹਾ ਵੀ ਅਸੀਂ ਯੂਪੀ ਦੇ ਵਿੱਚ ਇੱਕ ਬਹੁਤ ਵੱਡੀ ਵਿਸ਼ਾਲ ਰੈਲੀ ਕਰਕੇ ਉੱਥੇ BJP ਦੇ ਵਿਰੋਧ ਕਰਨ ਦੀ ਅਸੀਂ ਬੁਨਿਆਦ ਰੱਖ ਦਾਂਗੇ। ਉਹ ਲਗਾਤਾਰ ਹਲਕਿਆਂ 'ਤੇ ਜਾ ਕੇ ਉਹਨਾਂ ਦੇ ਖਿਲਾਫ ਪ੍ਰਚਾਰ ਕਰੇਗੀ। ਸੋ ਅਸੀਂ ਸਾਰੇ ਭਰਾਵਾਂ ਨੂੰ ਇਹ ਬੇਨਤੀ ਕਰਦੇ ਹਾਂ ਵੀ ਜਿਸ ਤਰ੍ਹਾਂ ਤੁਸੀਂ ਹਮੇਸ਼ਾ ਦ੍ਰਿੜਤਾ ਨਾਲ ਉਸ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਖੜੇ ਹੋ, 26 ਨੂੰ 7 ਮਹੀਨੇ ਹੋ ਜਾਣੇ ਹੈ,
ਇਹ ਕੋਈ ਛੋਟੀ ਗੱਲ ਨਹੀਂ। ਇਹ ਪੰਜਾਬੀਆਂ ਨੇ ਇੱਕ ਨਵੀਂ ਰਵਾਇਤ ਪਾਤੀ। ਜਿਹੜੇ ਸਾਡੀਆਂ ਪੋਲੀਟੀਕਲ ਪਾਰਟੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਸੋਚਣ ਵਾਸਤੇ ਮਜਬੂਰ ਹੋ ਜਾਣਗੇ ਵੀ ਕੀ ਅਸੀਂ ਰਾਜ ਪਾਕ ਕਰਨਾ ਹੈ ਕਿ ਅਸੀਂ ਲੋਕਾਂ ਦੇ ਮੁੱਦਿਆਂ ਤੇ ਲੜਨਾ ਹੈ। ਇਸ ਵਕਤ ਕਿਸਾਨਾਂ ਦੇ ਵੱਲੋਂ ਪੁਤਲੇ ਫੂਕੇ ਜਾ ਰਹੇ ਨੇ, ਰੋਸ ਮੁਜ਼ਾਹਰੇ ਕੀਤੇ ਜਾ ਰਹੇ ਨੇ ਅਤੇ ਆਪਣੀਆਂ ਹੱਕਾਂ ਦੇ ਵਾਸਤੇ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਪਰ ਇਸ ਵਕਤ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜ਼ਰੂਰਤ ਇਹ ਹੈ ਕਿ ਸਾਨੂੰ ਆਪਣੇ ਹੱਕਾਂ ਨੂੰ ਬੁਲੰਦ ਕਰਨ ਵਾਸਤੇ ਕਿਸਾਨਾਂ ਦਾ ਸਾਥ ਦੇਣ ਵਾਸਤੇ ਅੱਗੇ ਆਉਣ ਦੀ ਬਹੁਤ ਜ਼ਰੂਰਤ ਹੈ। ਬਹੁਤ ਵਕਤ ਹੋ ਗਿਆ ਲੋਕਾਂ ਨੇ ਚੁੱਪ ਰਹਿ ਕੇ ਆਪਣੀਆਂ ਗੱਲਾਂ ਨੂੰ ਸਾਈਡ ਤੇ ਰੱਖ ਦਿੱਤਾ, ਪਰ ਹੁਣ ਜਿਹੜੀ ਸਿਚੁਏਸ਼ਨ ਹੈ ਉਹ ਕਿਤੇ ਨਾ ਕਿਤੇ ਸਾਨੂੰ ਨੁਕਸਾਨੀ ਜਾਵੇਗੀ ਅਤੇ ਉਸ ਨੁਕਸਾਨ ਦਾ ਜੇਕਰ ਕੋਈ ਜ਼ਿੰਮੇਵਾਰ ਹੋਵੇਗਾ ਤਾਂ ਉਹ ਆਮ ਇਨਸਾਨ ਹੋਵੇਗਾ। ਇਸ ਕਰਕੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਅਸੀਂ ਤੁਹਾਨੂੰ ਵੀ ਇਸ ਚੀਜ਼ ਦੇ ਬਾਰੇ ਚ ਗੁਜ਼ਾਰਿਸ਼ ਕਰ ਰਹੇ ਹਾਂ ਕਿ ਤੁਸੀਂ ਤੁਹਾਡੇ ਜਿਹੜੇ ਕੀਮਤੀ ਕਮੈਂਟ ਹੈਗੇ ਨੇ, ਤੁਹਾਡੇ ਸੁਝਾਅ ਹੈਗੇ ਨੇ, ਉਹ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਸਾਰੀ ਸਿਚੁਏਸ਼ਨ ਦੇ ਬਾਰੇ ਵਿੱਚ ਤੁਹਾਡਾ ਕੀ ਆਪਣਾ ਜਿਹੜਾ ਇੱਕ ਪਰਸਨਲ ਰਾਏ ਹੈ ਉਹ ਰਾਏ ਕੀ ਹੈ।